ਲੇਖ ਗੁਰੂ ਗੋਬਿੰਦ ਸਿੰਘ ਜੀ। ਭੂਮਿਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਆਪ ਜੀ ਨੂੰ ਕਈ ਨਾਵਾਂ ਜਿਵੇਂ ਸੰਤ, ਸਿਪਾਹੀ, ਕਰਮ ਪਿਤਾ, ਦਸ਼ਮੇਸ਼ ਪਿਤਾ, ਬਾਜਾਂ ਵਾਲਾ, ਕਲੰਗੀਆਂ ਵਾਲਾ, ਚੌਜੀ ਪਾਤਸ਼ਾਹ ਆਦਿ ਨਾਲ ਵੀ ਯਾਦ ਕੀਤਾ ਜਾਂਦਾ ਹੈ। ਆਪ ਜੀ ਨੇ ਭਾਰਤ ਦੀ ਸੁੱਤੀ ਕੌਮ ਨੂੰ ਜਗਾਇਆ ਤੇ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਪੈਦਾ ਕੀਤੀ। ਇਸੇ ਕਰਕੇ ਆਪ ਇੱਕ ਮਹਾਨ ਕਵੀ, ਸੂਰਵੀਰ, ਬਹਾਦਰ ਜਰਨੈਲ ਕਹਾਏ। ਜਨਮ ਤੇ ਬਚਪਨ। ਆਪ ਜੀ ਦਾ ਜਨਮ 26 ਦਸੰਬਰ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਆਪ ਜੀ ਦੇ ਜਨਮ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਦੇ ਪ੍ਰਚਾਰ ਹਿੱਤ ਅਸਾਮ ਵੱਲ ਗਏ ਹੋਏ ਸਨ। ਆਪ ਜੀ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਆਪ ਦੇ ਅਵਤਾਰ ਧਾਰਨੇ ਤੇ ਕਿਹਾ ਜਾਂਦਾ ਹੈ, ਤਭੀ ਪ੍ਰਕਾਸ਼ ਹਮਾਰਾ ਭਇਓ, ਪਟਨੇ ਸ਼ਹਿਰ ਵਿਖੇ ਭਵੀ ਲਿਓ। ਬਚਪਨ ਵਿੱਚ ਆਪ ਨੂੰ ਤੀਰ ਅੰਦਾਜ਼ੀ ਦਾ ਬੜਾ ਸ਼ੌਂਕ ਸੀ। ਪਿਤਾ ਨੂੰ ਸ਼ਹੀਦੀ ਲਈ ਤੋਰਨਾ। ਉਸ ਸਮੇਂ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਭਾਰਤ ਦੀ ਹਿੰਦੂ ਜਨਤਾ ਉਸ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੀ ਸੀ। ਇੱਕ ਦਿਨ ਕੁਝ ਕਸ਼ਮੀਰੀ ਪੰਡਤ ਆਪ ਦੇ ਪਿਤਾ ਜੀ ਕੋਲ ਆਏ ਤੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਬਾਰੇ ਬਿਆਨ ਕੀਤਾ। ਤਦ ਆਪ ਦੇ ਪਿਤਾ ਨੇ ਕਿਹਾ ਕਿ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਰੋਕਣ ਲਈ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਆਪ ਨੇ ਉਸ ਸਮੇਂ ਕਿਹਾ ਕਿ ਪਿਤਾ ਜੀ, ਇਸ ਸਮੇਂ ਆਪ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ। ਉਸ ਸਮੇਂ ਆਪ ਜੀ ਦੀ ਉਮਰ 9 ਸਾਲ ਸੀ। ਇਸ ਤਰ੍ਹਾਂ ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ। ਜ਼ੁਲਮ ਨਾਲ ਮੁਕਾਬਲਾ ਕਰਨ ਲਈ ਪ੍ਰਤਿੱਗਿਆ ਕਰਨਾ। ਪਿਤਾ ਦੀ ਸ਼ਹਾਦਤ ਤੋਂ ਮਗਰੋਂ ਆਪ ਨੇ ਜ਼ੁਲਮ ਨਾਲ ਮੁਕਾਬਲਾ ਕਰਨ ਲਈ ਇੱਕ ਜ਼ੋਰਦਾਰ ਪ੍ਰਤਿੱਗਿਆ ਕੀਤੀ। ਆਪ ਨੇ ਆਪਣੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਆਪ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਭੇਟਾਂ ਦੇ ਰੂਪ ਵਿੱਚ ਬਸਤਰਾਂ ਦੀ ਥਾਂ ਸ਼ਸਤਰ ਭੇਟਾਂ ਕਰਨ। ਪਹਾੜੀ ਰਾਜਿਆਂ ਨਾਲ ਟੱਕਰ। ਆਪ ਦੀ ਵਧਦੀ ਹੋਈ ਤਾਕਤ ਪਹਾੜੀ ਰਾਜਿਆਂ ਕੋਲੋਂ ਬਰਦਾਸ਼ਤ ਨਾ ਹੋਈ। ਬਿਲਾਮਪੁਰ ਦੇ ਰਾਜੇ ਭੀਮ ਚੰਦ ਤੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਨੇ ਹੋਰਨਾਂ ਰਾਜਿਆਂ ਨੂੰ ਇਕੱਠਾ ਕਰਕੇ ਆਪ ਤੇ ਹਮਲਾ ਕਰ ਦਿੱਤਾ। 1886 ਈਸਵੀ ਵਿੱਚ ਭੰਗਾਣੀ ਦੇ ਸਥਾਨ ਤੇ ਘਮਾਸਾਨ ਯੁੱਧ ਹੋਇਆ। ਇਸ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ, ਪਰ ਉਹਨਾਂ ਨੇ ਆਪਣੀ ਈਰਖਾ ਨਾ ਛੱਡੀ। ਖਾਲਸਾ ਪੰਥ ਦੀ ਸਥਾਪਨਾ। ਆਪ ਨੇ 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇੱਕ ਭਾਰੀ ਇਕੱਠ ਬੁਲਾਇਆ। ਆਪ ਨੇ ਇਹਨਾਂ ਸੰਗਤਾਂ ਦੀ ਮੌਜੂਦਗੀ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸ ਮੌਕੇ 5 ਸਿੰਘਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਤੇ ਫਿਰ ਆਪ ਉਹਨਾਂ ਕੋਲੋਂ ਉਸ ਬਾਟੇ ਵਿੱਚ ਅੰਮ੍ਰਿਤ ਛਕਿਆ। ਤਾਈਓ ਤਾਂ ਆਪ ਬਾਰੇ ਆਖਿਆ ਜਾਂਦਾ ਹੈ, ਵਾਹ ਪ੍ਰਗਟਿਓ ਮਰਦ ਅੰਗਮਣਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਇਹ ਰਸਮ ਨਾਲ ਆਪ ਨੇ ਜਾਤ ਪਾਤ, ਛੂਤ ਛਾਤ ਦਾ ਖੰਡਨ ਕੀਤਾ ਤੇ ਮਿਲਵਰਤਨ ਅਤੇ ਏਕਤਾ ਦਾ ਪ੍ਰਚਾਰ ਕੀਤਾ। ਆਨੰਦਪੁਰ ਦੇ ਕਿਲ੍ਹੇ ਦੀ ਘੇਰਾਬੰਦੀ। 1704 ਈਸਵੀ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਸੈਨਾ ਨੇ ਰਲ ਕੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਉਹ ਕਿਲ੍ਹੇ ਨੂੰ ਸਰ ਕਰਨ ਵਿੱਚ ਲੱਗੇ ਰਹੇ, ਪਰ ਸਰ ਨਾ ਕਰ ਸਕੇ। ਆਖਿਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਸਹੁੰਆਂ ਖਾਧੀਆਂ ਕਿ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਇਸ ਲਈ ਤੁਸੀਂ ਕਿਲ੍ਹਾ ਖਾਲੀ ਕਰਕੇ ਚਲੇ ਜਾਓ। ਗੁਰੂ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਯਕੀਨ ਕਰਕੇ ਕਿਲ੍ਹਾ ਖਾਲੀ ਕਰ ਦਿੱਤਾ। ਹਾਲੇ ਆਪ ਥੋੜ੍ਹੀ ਹੀ ਦੂਰ ਗਏ ਸਨ ਕਿ ਇਹਨਾਂ ਫੌਜਾਂ ਨੇ ਰਲ ਕੇ ਆਪ ਤੇ ਹਮਲਾ ਕਰ ਦਿੱਤਾ। ਚਮਕੌਰ ਅਤੇ ਖਿਦਰਾਣੇ ਦੀ ਲੜਾਈ। ਚਮਕੌਰ ਦੇ ਸਥਾਨ ਤੇ ਗੁਰੂ ਜੀ ਦੀਆਂ ਫੌਜਾਂ ਅਤੇ ਪਹਾੜੀ ਅਤੇ ਮੁਗਲਾਂ ਫੌਜਾਂ ਵਿੱਚ ਇੱਕ ਘਮਾਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਆਪ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਗੁਰੂ ਸਾਹਿਬ ਦੇ ਬੇਅੰਤ ਸੂਰਮੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਇਸ ਜੰਗ ਦੀ ਭੇਟ ਚੜ੍ਹ ਗਏ। ਬਹੁਤ ਸਾਰਾ ਵਡਮੁੱਲਾ ਖਜ਼ਾਨਾ ਸਰਸਾ ਨਦੀ ਵਿੱਚ ਰੁੜ੍ਹ ਗਿਆ।
ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬਜ਼ਾਦੇ ਆਪ ਦੇ ਵਿਸ਼ਵਾਸਘਾਤੀ ਨੌਕਰ ਗੰਗੂ ਦੀ ਬੇਵਫਾਈ ਦਾ ਸ਼ਿਕਾਰ ਹੋਏ। ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਆਪ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਪੋਤਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਮਾਤਾ ਗੁਜਰੀ ਠੰਡੇ ਬੁਰਜ ਵਿੱਚ ਚਲੇ ਗਏ ਤੇ ਸਮਾਧੀ ਲਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਆਪ ਨੇ ਆਪਣੇ ਜੀਵਨ ਦੀ ਅੰਤਿਮ ਲੜਾਈ ਖਿਦਰਾਣੇ ਦੀ ਲੜੀ। ਇਸ ਲੜਾਈ ਵਿੱਚ ਆਪ ਦੇ 40 ਸਿੰਘ, ਜੋ ਕਦੇ ਆਪ ਨੂੰ ਬੇਦਾਵਾ ਲਿਖ ਕੇ ਗਏ ਸਨ, ਲੜ ਕੇ ਸ਼ਹੀਦ ਹੋ ਗਏ। ਗੁਰੂ ਜੀ ਨੇ ਇਹਨਾਂ ਸਿੰਘਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇਹਨਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ। ਇਸ ਸ਼ਹਿਰ ਦਾ ਨਾਂ ਵੀ ਖਿਦਰਾਣੇ ਦੀ ਜਗ੍ਹਾ ਮੁਕਤਸਰ ਪ੍ਰਚਲਿਤ ਕੀਤਾ। ਇਸ ਸਥਾਨ ਤੇ ਹਰ ਸਾਲ ਮਾਘੀ ਤੇ ਇੱਕ ਭਾਰੀ ਮੇਲਾ ਜੁੜਦਾ ਹੈ। ਨੰਦੇੜ ਜਾਣਾ। ਇੱਥੇ ਹੀ ਆਪ ਤਲਵੰਡੀ ਸਾਬੋ ਹੁੰਦੇ ਹੋਏ ਨੰਦੇੜ ਚਲੇ ਗਏ। ਇੱਥੇ ਆਪ ਦੀ ਮੁਲਾਕਾਤ ਮਾਧੋ ਦਾਸ ਵੈਰਾਗੀ ਨਾਲ ਹੋਈ। ਜਦੋਂ ਉਸ ਨੇ ਗੁਰੂ ਜੀ ਦੀ ਦਰਦ ਭਰੀ ਵਿਆਖਿਆ ਸੁਣੀ ਤਾਂ ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਉਹ ਉਸੇ ਵੇਲੇ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਬੰਦਾ ਬਹਾਦਰ ਬਣ ਕੇ ਪੰਜਾਬ ਵੱਲ ਆਇਆ। ਉਸ ਨੇ ਮੁਗਲ ਫੌਜਾਂ ਨੂੰ ਖੂਬ ਹੱਥ ਵਿਖਾਏ। ਉਸ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜੋਤੀ ਜੋਤ ਸਮਾਣਾ। ਸੰਨ 1707 ਈਸਵੀ ਨੂੰ ਇੱਕ ਦਿਨ ਆਪ ਇੱਕ ਨਦੀ ਕੰਢੇ ਰੱਬ ਦੀ ਭਗਤੀ ਵਿੱਚ ਲੀਨ ਸੀ ਕਿ ਇੱਕ ਮੁਸਲਮਾਨ ਪਠਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ। ਜ਼ਖਮ ਠੀਕ ਹੋਣ ਤੇ ਆਪ ਨੇ ਕਮਾਨ ਦਾ ਚਿੱਲਾ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਆਲੇ ਜ਼ਖਮ ਖੁੱਲ੍ਹ ਗਏ। ਅੰਤ ਆਪ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ।